ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਸ਼ਚਾ ਮੋਹੀ ਅਦਕ ਯਤ ਗਾਢੋ, ਧਨ ਭਾਗ ਦੇਖਿਓ ਟਿਗ ਠਾਂਡੋ। ਨਿਸ਼ਚਾ ਮੋਹੀ ਅਦਕ ਯਤ ਗਾਢੋ, ਧਨ ਭਾਗ ਦੇਖਿਓ ਟਿਗ ਠਾਂਡੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਿਰ ਗੁਰ ਕੋ ਜਸ ਸਾਗਰ ਰੂਪ, ਉਜਾਗਰ ਹੈ ਸਭ ਲੋਕਨ ਮਾਉ। ਮੈਂ ਤਰਨ ਜਿਉ ਤੁਲਹਾ ਕਰਕੇ, ਨਿਜ ਬੁੱਧ ਤੇ ਪਾਰ ਪਰਿਓ ਬਚਾਓ। ਹੋਏ ਅਸੀਂ ਜਗ ਮੈਂ ਅਧਿਕਾਏ, ਤਉ ਮਨ ਮੈਂ ਅਤਿਸ਼ੈ ਉਤਸਾਹੋ। ਓਚ ਤਰੋ ਜਿਉ ਲਗ ਫਲ ਸੁੰਦਰ, ਬਾਵਨ ਹਾਥ ਪਸਾਰਤ ਤਾਓ। ਏਕ ਓੰਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਉਜਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਗੁਰੂ ਬਾਬਾ ਜੀ ਜਦੋਂ ਆਪਣੇ ਮਾਲਕ ਸੁਆਮੀ ਨਿਰਾਕਾਰ ਪਰਮਾਤਮਾ ਦੇ ਕਰਕੇ ਦਰਸ਼ਨ ਵਾਪਸ ਆ ਗਏ ਧਰੂ ਭਗਤ ਦੀ ਪੁਰੀ ਦੇ ਵਿੱਚ। ਇਹ ਦੇਖ ਕਰਕੇ ਇਹਦੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋਣ ਲੱਗੀ ਪਈ ਵੀ ਐਸਾ ਕੌਤਕ ਤਾਂ ਅੱਜ ਤੱਕ ਮੈਂ ਕਦੇ ਦੇਖੇ ਹੀ ਨਹੀਂ। ਮੇਰੀ ਪੁਰੀ ਤੋਂ ਅੱਗੇ ਕੌਣ ਜਾ ਸਕਦਾ ਹੈ। ਗੁਰੂ ਬਾਬਾ ਜੀ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਧਰੂਪਾਲ ਜੀ ਕਹਿਣ ਲੱਗੇ, ਮਹਾਰਾਜ ਵੀ ਜਿਸ ਨਿਰਗੁਣ ਪ੍ਰਭੂ ਦੇ ਆਪ ਨੇ ਕੀਤਾ ਨਹੀਂ ਤਾਂ ਮੈਨੂੰ ਵੀ ਕੁਝ ਉਹਦੇ ਬਾਰੇ ਸੁਣਾ ਦਿਓ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਹੈ ਹੀ ਨਿਰਾਕਾਰ, ਆਕਾਰ ਤੋਂ ਰਹਿਤ, ਨਾ ਉਹਦੀ ਕੋਈ ਰੂਪ ਹੈ ਨਾ ਕੋਈ ਰੇਖਾ ਦੱਸੀਏ ਕਿ ਉਸ ਨਿਰਗੁਣ ਭਗਵਾਨ ਦੇ ਪਰਥਾਏ। ਪਰ ਜਿਉ ਜੀ ਭਗਤ ਜਨਾਂ ਨੇ, ਮਹਾਂਪੁਰਖਾਂ ਨੇ, ਖੁਦਾ ਦੇ ਫਕੀਰਾਂ ਨੇ ਮਨ ਦੇ ਵਿੱਚ ਸ਼ਰਧਾ ਭਾਵਨਾ ਧਾਰਨ ਕੀਤੀ, ਉਸੇ ਤਰ੍ਹਾਂ ਦੇ ਉਹਨਾਂ ਨੂੰ ਦਰਸ਼ਨ ਪਰਮਾਤਮਾ ਇੱਕ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ ਬਖਸ਼ਦਾ ਆ ਰਿਹਾ ਹੈ। ਉਸੇ ਬਾਤ ਧਰੂ ਭਗਤ ਜੀ ਨੇ ਵੀ ਮਹਾਰਾਜ ਦੇ ਚਰਨਾਂ 'ਚ ਬਾਰ-ਬਾਰ ਡੰਡੌਤਾਂ ਕੀਤੀਆਂ ਸਨ। ਭਾਈ ਬਾਲਾ ਔਰ ਮਰਦਾਨਾ ਦੇ ਸਮੇਤ ਦੀਨ ਦੁਨੀਆ ਦੇ ਮਾਲਕ ਨੇ ਹੁਣ
ਥੱਲੇ ਨੂੰ ਆਪਣੇ ਡੇਰੇ ਕੂਚ ਕਰ ਦਿੱਤੇ ਹਨ। ਇਹ ਦੇਖ ਕਰਕੇ ਤਰੋ ਭਗਤ ਮਨ ਦੇ ਵਿੱਚ ਬੜਾ ਖੁਸ਼ ਹੋ ਗਿਆ ਵੀ ਜਿਸ ਵਾਹਿਗੁਰੂ ਦੀ ਭਗਵਾਨ ਦੀ ਮੈਂ 5 ਸਾਲ ਦੀ ਉਮਰ ਦੇ ਵਿੱਚ ਕੀਤੀ ਭਗਤੀ, ਉਹਦੇ ਹੁਣ ਮੈਨੂੰ ਸਾਹਮਣੇ ਇਹ ਵਿਧ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ। ਬੜ ਭਾਗਾ ਵੀ ਪ੍ਰਮਾਤਮਾ ਦੇ ਵਾਹਿਗੁਰੂ ਦੇ ਹੁਣ ਮੈਨੂੰ ਆ ਸਾਹਮਣੇ ਹੀ ਦੀਦਾਰ ਹੋ ਰਹੇ ਨੇ ਨਾ ਅੱਖਾਂ ਦੇ ਨਾਲ। ਸਤਿਗੁਰੂ ਜੀ ਨੇ ਉੱਥੋਂ ਆਪਣੇ ਡੇਰੇ ਵਾਪਸ ਮੋੜ ਲਏ ਸਨ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਨਿਸ਼ਚਾ ਮੋਹਿ ਅਦਕ ਯਤ ਗਾਢੋ। ਇਹ ਦੇ ਕਰਕੇ ਬੜਾ ਯਕੀਨ ਭਰੋਸਾ ਤ੍ਰੂ ਭਗਤ ਦੇ ਮਨ ਦੇ ਅੰਦਰ ਵੀ ਪੈਦਾ ਹੋ ਗਿਆ ਹੈ। ਧੰਨ ਭਾਗ ਦੇਖਿਓ ਢਿਗ ਠਾਂਡੋ। ਕਹਿ ਲਗੇ ਵੀ ਅੱਜ ਮੇਰੇ ਬਹੁਤ ਵੱਡੇ ਭਾਗ, ਜਿਸ ਕਰਕੇ ਮੈਂ ਉਸ ਭਗਵਾਨ ਨੂੰ ਉਸ ਪਰਮਾਤਮਾ ਨੂੰ ਹੁਣ ਆਪਣੇ ਨੇੜੇ ਖੜਿਆ ਹੋ ਕਰਕੇ ਦਰਸ਼ਨ ਕਰ ਰਿਹਾ ਹਾਂ। ਕਲ ਮਹਿ ਨਾਮ ਕਰਹਿ ਉਪਦੇਸ਼ਾ। ਆਪ ਨੇ ਤਾਂ ਹੁਣ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਧਰਤੀ ਦੇ ਚਾਰੇ ਪਾਸੇ ਨਾਮ ਔਰ ਬਾਣੀ ਦਾ ਜਿਹੜਾ ਉਪਦੇਸ਼ ਸਦਾਬਾਤ ਹੈ ਬਖਸ਼ਣ ਹੈ। ਆਵਤ ਨਰ ਜੀ ਅਦਕ ਕਲੇਸ਼ਾ। ਜਿਨ੍ਹਾਂ ਮਨੁੱਖਾਂ ਜਿਨ੍ਹਾਂ ਪ੍ਰਾਣੀਆਂ ਦੇ ਅੰਦਰ ਆ 5 ਤਰ੍ਹਾਂ ਦੇ ਕਲੇਸ਼ ਬਹੁਤ ਹੀ ਜ਼ਿਆਦਾ ਮਨਾਂ ਦੇ ਅੰਦਰ ਭਰ ਚੁੱਕੇ ਹਨ। ਈਰਖ ਹੈ, ਰਾਗ ਹੈ, ਦਵੈਸ਼ ਹੈ। ਜਿੱਥੇ ਰਾਗ ਦੇ ਦਵੈਸ਼ ਪੈਦਾ ਉੱਥੇ ਫਿਰ ਚੈਨ ਸ਼ਾਂਤੀ कैसे पैदा हो सकती है। सह ना सकी तिन को दुख भारी। सच्चे पातशाह भी जेड़ा है निर्गुण भगवान वाहिगुरू, वो ਜਦੋਂ ਉਹਨੇ ਦੇਖਿਆ ਵੀ ਇਹਨਾਂ ਕਲਯੁਗੀ ਜੀਵਾਂ ਦੇ ਵੱਡੇ ਵੱਡੇ ਦੁੱਖ ਬੜੀਆਂ ਬੜੀਆਂ ਤਕਲੀਫਾਂ ਮੇਤੋਂ ਹੁਣ ਸਾਹਮਣੇ ਚੱਲ ਨਹੀਂ ਹੁੰਦੀਆਂ ਹਨ। ਧਰਿਓ ਰੂਪ ਤੁਮ ਪਰਉਪਕਾਰੀ। ਵੀ ਪਰਉਪਕਾਰ ਦੇ ਲਈ ਆਪ ਨੇ ਮਨ ਉਸ ਪਰਮਾਤਮਾ ਦਾ ਇੱਕ ਰੂਪ ਧਾਰਨ ਕੀਤਾ ਹੋਇਆ ਹੈ। ਦੀਨ ਬੰਦ ਹੋ ਦੀਨ ਦਇਆਲਾ। ਦੀਨ ਬੰਦ ਆਪ ਸਦਾ ਦੇ ਲਈ ਯਤੀਮਾਂ ਅਨਾਥਾਂ ਦੀ ਪਹਿਲਾਂ ਤੋਂ ਹੀ ਰੱਖਿਆ ਕੀਤੀ ਹੋਈ ਹੈ। ਹਿਰਦੇ ਦੇ ਅੰਦਰ ਆਪ ਦੇ ਸਦਾ ਲਈ ਦਇਆ ਹੈ, ਰਹਿਮ ਭਰਿਆ ਹੀ ਰਹਿੰਦਾ ਹੈ। ਦੀਨਾ ਨਥ ਹੈ ਨਾਮ ਵਿਸਾਲਾ। ਆਪ ਦਾ ਨਾਮ ਹੀ ਸੰਸਾਰ ਦੇ ਵਿੱਚ ਗਰੀਬ ਨਵਾਜ ਪੱਕ ਚੁੱਕਿਆ ਨਾ ਸੰਗਤਾਂ 'ਚ। ਗਰੀਬ ਨਵਾਜ ਕਸਈਆਂ ਮੇਰਾ ਮਾਤਾ ਛਤਰ ਧਰੈ। ਭਗਤ ਰਵਿਦਾਸ ਜੀ ਨੇ ਵੀ ਉਸ ਸਮੇਂ ਭਗਵਾਨ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਅਦਾ ਕਰਦਿਆਂ ਹੋਇਆਂ ਐਸੀ ਲਾਲ ਤੁਜਵਿਨ ਕੌਣ ਕਰੈ। ਗਰੀਬ ਨਵਾਜ ਕਸਈਆਂ ਮੇਰਾ ਮਾਤਾ ਛਤਰ ਧਰੈ। ਜਾ ਕੀ ਛੋਟ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਠਰੈ। ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉਹ ਨੀਚਾਂ ਨੂੰ ਉੱਚਿਆ ਕਰਨ ਲੱਗਿਆ, ਇਸੇ ਤੋਂ ਵੀ ਕੋਈ ਮਨ ਦੇ ਵਿੱਚ ਡਰਦਾ ਨਹੀਂ। ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ। ਕੰਨਿਆ ਦੇ ਉੱਪਰ ਵਾਹਿਗੁਰੂ ਨੇ ਇਹੋ ਜਿਹੀ ਰਹਿਮਤ ਕੀਤੀ
ਉਹਨਾਂ ਦੀ ਗਿਣਤੀ ਕਰਨੀ ਵੀ ਬੜੀ ਔਖੀ ਹੈ। ਉਸਤਤ ਕੇ ਬਚ ਇਉਂ ਕਹਿ ਸੁਣ ਕੇ ਇਉਂ ਧਰੋ ਭਗਤ ਨੇ ਬਾਰ-ਬਾਰ ਗੁਰੂ ਬਾਬਾ ਜੀ ਦੀ ਜਿਹੜੀ ਤਾਰੀਫ ਹੈ ਨਾ, ਵਡਿਆਈ ਦੇ ਬਚਨ ਕੀਤੇ ਆਪਣੀ ਰਸਨਾ ਤੋਂ। ਵੈਸੇ ਕਿਤਕ ਕਾਲ ਜਨ ਗੁਣ ਕੈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਨੇ ਦੇ ਲਿਆ ਵੀ ਇਹ ਸਾਡੇ ਚਰਨਾਂ ਦਾ ਸ਼ਰਧਾਲੂ ਪ੍ਰੇਮੀ ਸੇਵਕ ਦਾਸ ਹੈ। ਇਸ ਹਕੀਕਤ ਨੂੰ ਜਾਣਦਿਆਂ ਹੋਇਆਂ ਮਹਾਰਾਜ ਨੇ ਕੁਝ ਕੁ ਟਾਈਮ ਇਹਦੀ ਉਰੀ ਦੇ ਵਿੱਚ ਬੈਠ ਕਰਕੇ ਬਤੀਤ ਕੀਤਾ। ਬੋਲੇ ਬਹੁਰ ਸੁਨੋ ਧਰੁਵ ਪਿਆਰੀ ਫਿਰ ਸਤਿਗੁਰੂ ਜੀ ਕਹਿਣ ਲੱਗੇ, ਐ ਪਰਮਾਤਮਾ ਦੇ ਪਿਆਰੇ ਭਗਤ ਤਰੋਪਤ ਸਾਡੇ ਬਚਨਾਂ ਨੂੰ ਜਰਾ ਧਿਆਨ ਦੇ ਨਾਲ ਸੁਣਨਾ ਕਰ। ਅਬ ਚਲਣੇ ਕੀ ਚਾਹੇ ਹਮਾਰੀ ਵੀ ਦੇਖੋ ਹੁਣ ਅਸੀਂ ਨਿਰੰਕਾਰ ਦੇ ਤਾਂ ਕਰ ਲਿਆ ਦਰਸ਼ਨ ਉਹਦੀ ਦਰਗਾਹ 'ਚ, ਹੁਣ ਅਸੀਂ ਵਾਪਸ ਮਾਤਲੋ ਦੀ ਧਰਤੀ ਤੇ ਪਹੁੰਚਣਾ ਚਾਹੁੰਦੇ ਹਾਂ। ਕਰਨੇ ਕਾਜ ਜਾਏ ਤਲ ਛੋਨੀ ਉੱਥੇ ਵੀ ਭਗਵਾਨ ਦਾ ਪਾ ਕਰਕੇ ਹੁਕਮ ਵੱਡੇ ਵੱਡੇ ਆ ਜਿਹੜੇ ਪਰਉਪਕਾਰ ਦੇ ਕਾਰਜ ਕਰਨੇ ਹਨ। ਆਇਸ ਦੇਹੋ ਤਬ ਕੀਰਤਨੋਨੀ ਸਤਿਗੁਰੂ ਜੀ ਕਹਿਣ ਲੱਗੇ ਵੀ ਤੁਹਾਡਾ ਤਾਂ ਜਸ ਜੁਗਾ ਜਗੰਤਰਾਂ ਤੋਂ ਹੀ ਲੈ ਕੇ ਦੁਨੀਆ ਦੇ ਵਿੱਚ ਬੜਾ ਉਜਲ ਔਰ ਨਿਰਮਲ ਚਾਰੇ ਪਾਸੇ ਫੈਲਿਆ ਹੋਇਆ। ਹੁਣ ਤੁਸੀਂ ਸਾਨੂੰ ਵੀ ਮਾਤਲੋ ਦੀ ਧਰਤੀ ਦੇ ਉੱਪਰ ਜਾਣ ਦੇ ਲਈ ਆਗਿਆ ਬਖਸ਼ੋ। ਧਰੁਵ ਸੁਣ ਕੇ ਇਵ ਬਚਨ ਉਚਾਰਾ ਇਹ ਸੁਣ ਕਰਕੇ ਹੁਣ ਤਰੁਪਤ ਜੀ ਵੀ ਮਹਾਰਾਜ ਦੇ ਅੱਗੇ ਬਾਰ-ਬਾਰ ਬੇਨਤੀਆਂ ਕਰਨ ਲੱਗ ਪਏ ਹਨ। ਆਇਸ ਸਦਾ ਤੁਮ ਹੈ ਕਰਤਾਰਾ ਸੱਚੇ ਪਾਤਸ਼ਾਹ ਮੇਰੇ ਵਰਗੇ ਭਗਤ ਜਨ ਸੇਵਕ ਉਹ ਆਪ ਨੂੰ ਕਿਸ ਤਰ੍ਹਾਂ ਇਹੋ ਜੀ ਆਗਿਆ ਕਰ ਸਕਦੇ ਨੇ ਨਾ। ਅਸੀਂ ਤਾਂ ਆਪ ਦੀ ਭਗਤੀ ਕਰਦਿਆਂ ਇਤਨੀਆਂ ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਕੀਤੀਆਂ। ਆਪ ਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਹੀ ਧੁਰ ਦਰਗਾਹੋਂ ਜੀਵਾਂ ਦੀ ਕਲਿਆਣ ਕਰਨ ਵਾਸਤੇ ਭੇਜੇ ਹੈ। ਵਿਚਰੋ ਜਹ ਇੱਛਾ ਔਰ ਤੀਰੀ ਸੱਚੇ ਪਾਤਸ਼ਾਹ ਵੀ ਜਿੱਥੇ ਆਪ ਦੀ ਮੌਜ ਹੈ ਉੱਥੇ ਹੀ ਜਾ ਕਰਕੇ ਵਿਚਰ ਸਕਦੇ ਹੋ। ਕਲਮਲ ਨਸ ਹੈ ਦਰਸ਼ਨ ਹੀਰੀ ਆਪ ਦਾ ਤਾਂ ਦਰਸ਼ਨ ਕਰਨ ਦੇ ਨਾਲ ਹੀ ਜਗਿਆਸੂਆਂ ਦੇ ਵੱਡੇ ਵੱਡੇ ਪਾਪ ਵੱਡੇ ਵੱਡੇ ਗੁਨਾਹ ਸਾਰੇ ਦਗਦ ਹੋ ਜਾਂਦੇ ਹਨ। ਜਿਨ੍ਹਾਂ ਨੇ ਵੀ ਭਾਵਨਾ ਦੇ ਨਾਲ ਆਪ ਦਾ ਭਾਵੇਂ ਇੱਕ ਵਾਰੀ ਦਰਸ਼ਨ ਕਰ ਲਿਆ। ਮੈਂ ਮੂਰਖ ਕੀ ਕਹਿਤਕ ਬਾਤ ਹੈ ਕੋਟ ਅਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ। ਮਹਾਰਾਜ ਜਿਹੜਾ ਵੀ ਦਰਸ਼ਨ ਕਰ ਲੂ ਉਹਦੇ ਤਾਂ ਇੱਕ ਦੇ ਨਹੀਂ ਦੋ ਨੇ ਤੈ ਨਹੀਂ ਕਰੋੜਾਂ ਜਨਮਾਂ ਦੇ ਸਾਰੇ ਪਾਪ ਹੀ ਨਸ਼ਟ ਹੋ ਜਾਣੇ ਹਨ। ਕਰੀ ਪਰਸ ਪਰ ਤਬ ਹੀ ਬੰਧਨ ਉਸ ਸਮੇਂ ਗੁਰੂ ਬਾਬਾ ਜੀ ਨੇ ਵੀ ਤਰੋ ਭਗਤ ਦਾ ਬੜਾ ਮਾਣ ਸਤਿਕਾਰ ਕੀਤਾ। ਵਿਦਾ ਹੋਣ ਲੱਗਿਆ ਇੱਕ ਦੂਜੇ ਦੇ ਅੱਗੇ ਝੁਕ ਪਏ ਹਨ। ਤਬ ਤੇ ਗਮਨੇ ਦੋਖ ਨਿਕੰਦਨ ਉਹ ਤੋਂ ਫਿਰ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਬਾਬਾ ਜੀ ਨੇ ਵਾਪਸ ਮਾਤ ਲੋਕ ਦੀ ਧਰਤੀ ਦੇ ਵੱਲ ਆਪਣੇ ਡੇਰੇ ਕੂਚ ਕਰ ਦਿੱਤੇ ਨੇ। ਕਿਤਕ ਦੂਰ ਤਬ ਹੀ ਚਲ ਆਈ ਜਦੋਂ ਸਤਿਗੁਰੂ ਜੀ ਚਲਦਿਆਂ ਜੇ ਥੋੜੀ ਜੀ ਦੂਰੇ ਤੇ ਪਹੁੰਚੇ ਸੀ ਪਹਾੜਾਂ ਤੇ। ਮਰ ਜਾਣੇ ਤਬ ਬੈਨ ਅਲਾਈ ਰਸਤੇ ਦੇ ਵਿੱਚ ਭਾਈ ਮਰਦਾਨਾ ਜੀ ਫਿਰ ਉਸੇ ਤਰ੍ਹਾਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਏ ਹਨ ਮਹਾਰਾਜ ਦੇ ਚਰਨਾਂ 'ਚ। ਜੇਤੇ ਨਵ ਚਰ ਹੈ ਨਵ ਮਾਹੀ ਸੱਚੇ ਪਾਤਸ਼ਾਹ ਵੀ ਜਿਤਨੇ ਵੀ ਇਹੋ ਜਿਹੇ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਬਹੁਤ ਸਾਰੇ ਰਿਸ਼ੀ ਮੁਨੀ ਜਾਂ ਫਿਰ ਆ ਦੇਵੀ ਦੇਵਤੇ ਆਕਾਸ਼ ਦੇ ਵਿੱਚ ਵਿਚਰਨ ਵਾਲੇ ਹਨ। ਧਰੁਵ ਮੰਡਲ ਸਭ ਤੇ ਉਰ ਧਾਹੀ ਇਹ ਜਿਹੜੀ ਧਰੁਵ ਭਗਤ ਦੀ ਪੂਰੀ
ਇਹ ਸਾਰਿਆਂ ਨਾਲੋਂ ਉੱਚੀ ਪ੍ਰਤੀਤ ਹੋ ਰਹੀ ਹੈ। ਭੂਤਲ ਤੇ ਊਰਧ ਹੈ ਜੇਤੋ। ਭਾਈ ਮਰਦਾਨਾ ਜੀ ਪੁੱਛਣ ਲੱਗੇ ਸੱਚੇ ਪਾਤਸ਼ਾਹ ਵੀ ਇਹ ਜਿਹੜੀ ਤਰੋਪਾਗ ਦੀ ਪੁਰੀ ਹੈ ਨਾ, ਸੂਰਜ ਚੰਦਰਮਾ ਤਾਰਿਆਂ ਤੋਂ ਉੱਤੇ ਹੀ, ਵੀ ਇਹਦਾ ਧਰਤੀ ਤੋਂ ਆਕਾਸ਼ ਤੱਕ ਰਾਹ ਦੇ ਵਿੱਚ ਕਿਤਨਾ ਕੁ ਪੈਂਡਾ ਪੈਂਦਾ ਹੈ। ਮੁਝੇ ਬਤਾਵੋ ਸ਼੍ਰੀ ਪ੍ਰਭ ਤੇਤੋ। ਹੁਣ ਭਾਈ ਮਰਦਾਨਾ ਜੀ ਇਹ ਸਾਰੇ ਉਹਾਂ ਦੇ ਬਾਰੇ ਪੁੱਛਣ ਲੈਣ ਦੇ ਲਈ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗ ਪਏ ਹਨ। ਹਮ ਸੀ ਅਲਪਗਨ ਕੋਹਿ ਤਾਨਾ। ਗਰੀਬਨ ਵਾ ਸੱਚੇ ਪਾਤਸ਼ਾਹ ਵੀ ਸਾਡੇ ਵਰਗੇ ਗਰੀਬ ਗੁਰਬਿਆਂ ਸ਼ੂਦਰਾਂ ਨੂੰ ਇਹੋ ਜਿਹੀਆਂ ਪੁਰੀਆਂ ਕਿਸ ਨੇ ਦਿਖਾਉਣੀਆਂ ਸਨ। ਇਹ ਤਾਂ ਆਪ ਦੀ ਕਿਰਪਾ ਹੋ ਗਈ ਹੈ ਮੇਰੇ ਉੱਪਰ। ਮੈਂ ਮਰਾਸੀਆਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਕਿਤਨੇ ਵੱਡੇ ਵੱਡੇ ਸਥਾਨਾਂ ਦੀ ਯਾਤਰਾ ਕਰ ਲਈ ਹੈ। ਤੁਮ ਬਿਨ ਕੌਣ ਦਿਖਾਈ ਮਹਾਨਾ। ਵੱਡੇ ਵੱਡੇ ਮਹਾਨ ਉਹ ਸਥਾਨਾਂ ਦੀ ਦੀਦਾਰ ਆਪ ਤੋਂ ਬਗੈਰ ਸਾਡੇ ਵਰਗੇ ਸ਼ੁਰੂਤਰਾਂ ਨੂੰ ਕਿਹੜਾ ਕਰਵਾਉਂਦਾ ਹੈ। ਸ਼੍ਰੀ ਗੁਰ ਕਹੈ ਸੁਨੋ ਮਰਦਾਨੀ। ਉਸ ਸਮੇਂ ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸੁਣਦਿਆਂ ਹੋਇਆ ਬਚਨ ਕੀਤਾ, ਧਰੁਵ ਮੰਡਲ ਜੇ ਤੋਕ ਪਰਮਾਨੀ। ਵੀ ਇਹ ਜਿਹੜੀ ਤਰੋ ਦੀ ਪੁਰੀ ਨਾ ਧਰਤੀ ਤੋਂ ਜਿਤਨਾ ਕਿ ਦਾ ਅੰਦਾਜ਼ਾ ਜਿਤਨਾ ਕੁ ਪ੍ਰਮਾਣ ਹੈ 39 ਲੱਖ ਜੋਜਨ ਉੱਚਾ। ਇਹ ਜਿਹੜੇ ਬਚਨ ਭਾਈ ਸਾਹਿਬ ਜੀ ਨੇ ਜੋ ਵੀ ਹਿੰਦਾਲੀਆ ਦੀ ਬਗਾੜੀ ਹੋਈ ਜਨਮ ਸਾਖੀ ਹੈ ਉਹਦੇ ਮੁਤਾਬਕ ਆਪਣੇ ਵੱਲੋਂ 39 ਲੱਖ ਜੋਜਨ ਦੀ ਗਿਣਤੀ ਲਿਖ ਦਿੱਤੀ ਹੈ। ਪਰ ਜੇ ਸਤਿਗੁਰੂ ਜੀ ਦੇ ਬਚਨ ਪੜ੍ਹ ਲਈਏ, ਜੇ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ। ਜਿਹੜਾ ਪ੍ਰਲੋਕ ਦਾ ਮਾਰਗ ਹੈ ਨਾ, ਜਿਹੜਾ ਰਸਤਾ ਹੈ, ਉੱਥੇ ਕੋਈ ਕੋਹਾਂ ਦੀ ਜਾਂ ਫਿਰ ਯੋਜਨਾ ਦੀ ਗਿਣਤੀ ਮਿਣਤੀ ਤਾਂ ਕੀਤੀ ਨਹੀਂ ਜਾ ਸਕਦੀ। ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਕੋਈ ਵੀ ਗਿਣਤੀ ਦੇ ਵਿੱਚ ਨਹੀਂ ਆਉਂਦੇ ਹਨ। ਇਸ ਕੀ ਸਰਵਰ ਕੋ ਨਾ ਪਹੁੰਚਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਿਆ ਵੀ ਤਰੂਪ ਦੇ ਸਮਾਨ ਅੱਜ ਤੱਕ ਕੋਈ ਵੀ ਇਹੋ ਜਿਹੀ ਜਿਹੜੀ ਅਟਲ ਪਦਵੀ ਪ੍ਰਾਪਤ ਨਹੀਂ ਕਰ ਸਕਿਆ। ਪ੍ਰਭ ਜੀ ਮੁਝ ਇੱਕ ਅਵਰ ਬਤਾਵੋ। ਫਿਰ ਭਾਈ ਮਰਦਾਨਾ ਜੀ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕੇ ਪੁੱਛਣ ਲੱਗ ਪਏ ਹਨ, ਲੱਖ ਅਜਾਨ ਨਹਿ ਮਨ ਖੁਨ ਸਾਵੋ। ਸੱਚੇ ਪਾਤਸ਼ਾਹ ਵੀ ਕਿਤੇ ਮੈਨੂੰ ਅਣਜਾਣ ਬੇਸਮਝ ਜਾਣਦਿਆਂ ਹੋਇਆ ਕਿਤੇ ਨਾਰਾਜ਼ ਨਾ ਹੋਇਆ। ਮੈਂ ਬਸ ਹਰ ਬਾਤ ਆਪਦੇ ਅੱਗੇ ਕੋਈ ਨਾ ਕੋਈ ਬੇਨਤੀ ਕਰਦਾ ਹੀ ਰਹਿਣਾ, ਜੋ ਮੈਂ ਹੱਥ ਜੋੜ ਕੇ। ਧਰੁਵ ਮੰਡਲ ਤੇ ਗਈ ਅਗਾਰੀ। ਸੱਚੇ ਪਾਤਸ਼ਾਹ ਵੀ ਜਦੋਂ ਨਾ ਆਪ ਜੀ ਸਾਨੂੰ ਤਰੋ ਪਗ ਦੀ ਪੂਰੀ ਦੇ ਵਿੱਚ ਛੱਡ ਕੇ ਫਿਰ ਉਸ ਤੋਂ ਅੱਗੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਗਏ ਸੀ ਸਨ ਦੇ। ਕੀਤੀ ਦੂਰ ਕਹੋ ਸੁਖਕਾਰੀ। ਇਹ ਸੁੱਖਾਂ ਨੂੰ ਕਰਨ ਵਾਲੇ ਸੱਚੇ ਪਾਤਸ਼ਾਹ ਉਹਦਾ ਵੀ ਮਾੜਾ ਮੋਟਾ ਅੰਦਾਜ਼ਾ ਮੈਨੂੰ ਦੱਸਣਾ ਕਰੋ। ਅਪਰਮਾਨ ਸੋ ਸੁਨ ਮਰਦਾਨੀ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਉਸ ਨਿਰੰਕਾਰ ਦੀ ਦਰਗਾਹ ਦਾ ਜਿਹੜਾ ਮਾਤਲੋਕ ਦੀ ਧਰਤੀ ਤੋਂ ਪੈਂਡਾ ਉਹਦਾ ਬਸ ਅਪਰਮਾਨ, ਕੋਈ ਉਹਦੀ ਗਿਣਤੀ ਕਰਕੇ ਨਹੀਂ ਦੱਸੀ ਜਾ ਸਕਦੀ ਹੈ। ਇਹ ਕੀ ਗਿਣਤੀ ਹੋਵੇ ਨਾ ਬਖਾਨੇ। ਸਤਿਗੁਰੂ ਜੀ ਕਹਿਣ ਲੱਗੇ ਗਿਣਤੀ ਹੈ ਹੀ ਨਹੀਂ। ਹੁਣ ਤੈਨੂੰ ਅੰਦਾਜ਼ਾ ਲਗਾ ਕਰਕੇ ਭਾਈ ਕਿਵੇਂ ਆਪਣੇ ਵੱਲੋਂ ਦੱਸ ਸਕਦੇ ਆ। ਨਾਮ ਅਨੰਤ ਅਲੇਖ ਅਪਾਰਾ। ਜਿਸ ਪਰਮਾਤਮਾ ਦਾ ਨਾਮ ਹੀ ਅਲੇਖ ਲਖਣ ਤੋਂ ਰਹਿਤ, ਜਿਹਨੂੰ ਬੇਅੰਤ ਬੇਅੰਤ ਵੈਦ ਵੀ ਸ਼ਾਸਤਰ ਵੀ ਰਿਸ਼ੀ ਮੁਨੀ ਔਰ ਪੀਰ ਫਕੀਰ ਇਹ ਤਾਂ ਬਸ ਬੇਅੰਤ ਬੇਅੰਤ ਪੁਕਾਰਦੇ ਨੇ। ਜੁਗਾ ਜਗੰਤਰਾ ਤੋਂ ਲੈ ਕਰ ਕੇ
ਬ੍ਰਹਮਾਦਿਕ ਇਉ ਕਰਤ ਉਚਾਰਾ ਆ ਜਿਹੜੇ ਸ੍ਰੇਸ਼ਟ ਨੂੰ ਪੈਦਾ ਕਰਨ ਵਾਲੇ ਬਰਮਾ ਜੀ, ਪਾਲਣਾ ਕੌਣ ਕਰਦੇ? ਵਿਸ਼ਨੂੰ ਭਗਵਾਨ ਜੀ ਔਰ ਸ਼ਿਵ ਜੀ। ਇਹਨਾਂ ਨੇ ਵੀ ਕਦੇ ਉਸ ਨਿਰਾਕਾਰ ਭਗਵਾਨ ਦਾ ਅੱਜ ਤੱਕ ਅੰਤ ਨਹੀਂ ਪਾਇਆ। ਦਇਆ ਧਾਰ ਦਿਖ ਰਵ ਹੈ ਜੇਤੋ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਪੈਨ ਪੈਨ ਤੋਇ ਤੇਤੀ। ਜਿਤਨੀ ਕੁ ਪਰਮਾਤਮਾ ਨੇ ਕਿਸੇ ਨੂੰ ਬੁੱਧੀ, ਕਿਸੇ ਨੂੰ ਮਤ ਬਖਸ਼ੀ ਹੋਈ ਹੈ ਨਾ, ਬਸ ਉਤਨੀ ਕੁ ਵਡਿਆਈ ਸੋਭਾ ਉਹ ਆਪਣੀ ਜ਼ੁਬਾਨ ਤੋਂ ਉਚਾਰਨ ਕਰ ਸਕਦਾ ਹੈ। ਦਇਆ ਧਾਰ ਦਿਖ ਰਵ ਹੈ ਜੇਤੋ ਦਇਆ ਧਾਰ ਦਿਖਰਾਵਾ ਤੇ ਤੂੰ ਉਤਨੀ ਕੁ ਮਹਿਮਾ ਵਡਿਆਈ ਨਾ ਉਹ ਜਿਹੜੇ ਪ੍ਰਾਣੀ ਆਪਣੇ ਹਿਰਦੇ ਦੇ ਅੰਦਰ ਸਮਝ ਸਕਦੇ ਹਨ। ਜਿਤਨੀ ਕੁ ਕਿਸੇ ਨੂੰ ਬੁੱਧੀ ਜਾਂ ਮਤ ਪਰਮਾਤਮਾ ਦੀ ਬਖਸ਼ੀ ਹੋਈ ਹੈ। ਕਰਿਓ ਜੰਤ ਦੇਖਤ ਹੈ ਤੇਤੋ ਉਤਨੀ ਕੁ ਉਸ ਦੀ ਮਹਿਮਾ ਵਡਿਆਈ ਨੂੰ ਇਹ ਜਿਹੜੇ ਪ੍ਰਾਣੀ ਮਨ ਦੇ ਵਿੱਚ ਥੋੜ੍ਹੀ ਬਹੁਤੀ ਸਮਝ ਲੈਂਦੇ ਹਨ। ਓਰਕ ਕਹੂੰ ਨਾ ਪਾਇਓ ਕਾਹੂ ਸਤਿਗੁਰੂ ਜੀ ਕਹਿਣ ਲੱਗੇ ਓੜਕ ਉਹਦਾ ਅੱਜ ਤੱਕ ਕਿਸੇ ਨੇ ਵੀ ਅੰਤ ਨਹੀਂ ਪਾਇਆ। ਸਰਬ ਅਨੰਤ ਕਹਿ ਮਿਲਤਾਹੂ ਬਸ ਜੁਗਾ ਜਗੰਤਰਾਂ ਤੋਂ ਲੈ ਕੇ ਚਾਹੇ ਕੋਈ ਪੀਰ ਹੈ, ਪਕੰਬਰ ਹੈ, ਔਲੀਆ ਔਰ ਸਾਧੂ ਹੈ, ਰਿਸ਼ੀ ਮੁਨੀ ਹੈ, ਬਸ ਉਹਨੂੰ ਹਮੇਸ਼ਾ ਵਾਸਤੇ ਬੇਅੰਤ ਕਰਕੇ ਪੁਕਾਰਦੇ ਰਹਿੰਦੇ ਹਨ। ਧੰਨ ਧੰਨ ਭਾਖੈ ਮਰਦਾਨਾ ਇਹ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗਿਆ ਸੱਚੇ ਪਾਤਸ਼ਾਹ ਆਪ ਤਾਂ ਬਹੁਤ ਜ਼ਿਆਦਾ ਧਨਤਾ ਦੇ ਜੋਗ ਹੋ। ਕਹੋ ਸਤ ਤੁਮ ਮਇਆ ਨਿਦਾਨਾ ਆਪ ਨੇ ਹਮੇਸ਼ਾ ਵਾਸਤੇ ਰਸਨਾ ਤੋਂ ਜਿਹੜੇ ਸਤ ਵਚਨ ਹੀ ਉਚਾਰਨ ਕੀਤੇ ਹੋਏ ਨੇ। ਨਿਰੰਕਾਰ ਤੁਮ ਮੈਂ ਨਹਿ ਭੇਦਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਆਪ ਦੇ ਵਿੱਚ ਔਰ ਨਿਰਾਕਾਰ ਪ੍ਰਭੂ ਦੇ ਵਿੱਚ ਕੋਈ ਵੀ ਅਰੰਚਕ ਮੰਤਰ ਅੰਤਰ ਨਹੀਂ ਪਾਇਆ ਜਾਂਦਾ ਹੈ। ਕਾਰਨ ਕਰਨ ਅਕਾਲ ਅਛੇਦਾ ਅਕਾਲ ਜੋ ਕਾਲ ਦੀ ਅੱਧ ਤੋਂ ਪਰੇ ਅਕਾਲ ਵੀ ਜਿਹਦੇ ਉੱਪਰ ਸਮੇਂ ਦਾ ਕਦੇ ਵੀ ਕੋਈ ਅਸਰ ਨਹੀਂ ਹੁੰਦਾ। ਛੇਦਾ ਕੱਟਣ ਤੋਂ ਰਹਿਤ ਵੀ ਕੋਈ ਉਹਦੇ ਹਿੱਸੇ ਵਗੈਰਾ ਨਹੀਂ ਹੋ ਸਕਦੇ। ਬਾਕੀ ਚੀਜ਼ਾਂ ਦਾ ਕੱਟੀਆਂ ਵੱਡੀਆਂ ਜਾਂਦੀਆਂ ਹਨ। ਅਕਾਲ ਅਛੇਦਾ ਕਾਲ ਦੀ ਅੱਧ ਤੋਂ ਪਰੇ ਨਾ ਕੋਈ ਉਸ ਦੇ ਟੁਕੜੇ ਵਗੈਰਾ ਹੋ ਸਕਦੇ ਹਨ। ਕਹਿਣ ਲੱਗਿਆ ਆਪ ਬਸ ਉਸ ਨਿਰਾਕਾਰ ਭਗਵਾਨ ਦਾ ਹੀ ਰੂਪ ਹੋ। ਅਬ ਭੂਤਲ ਕੋ ਆਪ ਪਧਾਰੀ ਸੱਚੇ ਪਾਤਸ਼ਾਹ ਵੀ ਹੁਣ ਆਪਾਂ ਪ੍ਰਭੂ ਭਗਤ ਦੀ ਪੁਰੀ ਤੋਂ ਪਿੱਛੇ ਆ ਮਾਤਲੋਕ ਦੀ ਧਰਤੀ ਦੇ ਵੱਲ ਚੱਲ ਪਏ ਆ। ਕੌਣ ਦੇਸ਼ ਆਏ ਪੰਥ ਅਗਾਰੀ ਸੱਚੇ ਪਾਤਸ਼ਾਹ ਗਰੀਬਨ ਵਾਜ ਅੱਗੇ ਰਾਹ ਦੇ ਵਿੱਚ ਕਿਹੜਾ ਦੇਸ਼ ਜਾਂ ਫਿਰ ਕਿਹੜਾ ਸ਼ਹਿਰ ਆਏਗਾ? ਕਿਤ ਕਦੀਰ ਮਹਿ ਚਲੋ ਗੋਸਾਈ ਆਪਾਂ ਫਿਰ ਉਸ ਮਾਤਲੋਕ ਦੀ ਧਰਤੀ ਦੇ ਉੱਪਰ ਕਿਤੇ ਨਾ ਇੱਕ ਟਾਈਮ ਦੇ ਵਿੱਚ ਪਹੁੰਚ ਜਾਣਾ। ਸੁਣ ਕਰ ਸ਼੍ਰੀ ਗੁਰ ਕਿਰਾ ਅਲਾਈ ਸੁਣ ਕਰਕੇ ਉਸ ਸਮੇਂ ਗੁਰੂ ਬਾਬਾ ਜੀ ਬੜੇ ਪਿਆਰ ਦੇ ਨਾਲ ਮਰਦਾਨੇ ਨੂੰ ਸਮਝਾਉਣ ਲੱਗ ਪਏ ਸਨ। ਦੋਹਰਾ ਸੂਰਤ ਬੰਦਰ ਆਵਈ ਨਟਕਾ ਚਪਟਾ ਫੀਰ ਇਸ ਥਾਂ ਤੇ ਵੀ ਕਵੀ ਜੀ ਨੇ ਜੋ ਪੁਰਾਣੇ ਸਮੇਂ ਦੇ ਬੰਦਰਗਾਹ ਦੇ ਨਾਮ ਹੋਇਆ ਕਰਦੇ ਸੀ। ਸੂਰਤ ਬੰਦਰਗਾਹ ਦਾ ਹੱਤਾ ਹੈ ਬੰਬੇ ਦੇ ਇਲਾਕੇ ਦੇ ਵਿੱਚ ਪੈਂਦਾ ਹੈ। ਇਸੇ ਤਰ੍ਹਾਂ ਬੰਦਰ ਮਛਲੀ ਇਹ ਜਿਹੜੀ ਹੈ ਇਹ ਇਲਾਕਾ ਮਦਰਾਸ ਦੇ ਅਹਾਤੇ ਦੇ ਵਿੱਚ ਆਉਂਦਾ ਹੈ। ਸੋ ਕਵੀ ਜੀ ਨੇ ਲਿਖਿਆ ਵੀ ਕੋਈ ਪੱਕਾ ਇਹ ਯਕੀਨ ਭਰੋਸਾ ਤਾਂ ਹੈ ਨਹੀਂ। ਸ਼ਾਇਦ ਜੈ ਕਰ ਗੁਰੂ ਬਾਬਾ ਜੀ ਚੀਨ ਦੇ ਇਲਾਕੇ 'ਚੋਂ
ਜਾ ਦੁਆਰਾ ਵਾਪਸ ਹੋਣਾ ਫਿਰ ਇਹੀ ਅੱਗੇ ਸਥਾਨ ਆਉਣੇ ਸਨ। ਜੇ ਦੂਸਰੀ ਸਾਈਡ ਦੀ ਗੁਰੂ ਬਾਬਾ ਜੀ ਮੁੜੇ ਫਿਰ ਇਹ ਜਿਹੜੀ ਹੈ ਸੂਰਤ ਨਾਮ ਦੀ ਬੰਦਰਗਾਹ ਦਾ ਜਿਹੜਾ ਹੱਤਾ ਹੈ ਮਦਰਾ ਦੇ ਨੇੜੇ ਤੇੜੇ ਪੈਂਦਾ, ਉਹ ਅੱਗੇ ਆਈ ਹੈ। ਨਟਕਾ ਚਪਟਾ ਫੀਰ, ਨਟਕਾ ਚਟਕਾ ਇਹ ਪੁਰਾਣੇ ਜਿਹੜੇ ਇਲਾਕਿਆਂ ਦੇ ਨਾਮ ਕਵੀ ਜੀ ਨੇ ਲਿਖੇ ਹੋਏ ਹਨ। ਮਛਲੀ ਬੰਦਰ ਜਾਏ ਪੁੰਨ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਅੱਗੇ ਜਿਹੜੀ ਮਛਲੀਪੁਰ ਨਾਮ ਦੀ ਬੰਦਰਗਾਹ ਆਉਣੀ ਹੈ। ਸ਼ੀਗਰ ਕਰੈ ਨਾ ਧੀਰ, ਆਪਾਂ ਹੁਣ ਜਲਦੀ ਹੀ ਇਹਨਾਂ ਇਲਾਕਿਆਂ 'ਚ ਪਹੁੰਚ ਜਾਣਾ ਹੈ। ਚੌਪਈ ਇਸ ਪ੍ਰਕਾਰ ਕੀ ਬਚਨ ਬਿਲਾਸਾ, ਕਿਉਂ ਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਦੇ ਨਾਲ ਰਾਹ ਦੇ ਵਿੱਚ ਇਹੋ ਜਿਹਾ ਬਚਨ ਬਿਲਾਸ ਕਰਦਿਆਂ ਹੋਇਆਂ ਵਾਪਸ ਆ ਰਹੇ ਨੇ ਮਾਤਲੌਤੀ ਧਰਤੀ ਦੇ ਵੱਲ। ਕਰਤ ਚਲਤ ਸਿੱਖਨ ਸੁਖ ਰਾਸਾ, ਜੋ ਆਪਣੇ ਸਿੱਖਾਂ ਨੂੰ ਸੇਵਕਾਂ ਦਾਸਾਂ ਨੂੰ ਸਾਰੇ ਸੁੱਖਾਂ ਦੀ ਖਾਨ, ਸਾਰੇ ਸੁੱਖਾਂ ਦੇ ਸਮੁੰਦਰ ਦੇ ਸਮਾਨ ਹਨ। ਸੀਲਾ ਗਿਰ ਪਰ ਜਬ ਚੱਲ ਆਈ, ਜਦੋਂ ਗੁਰੂ ਬਾਬਾ ਜੀ ਚਲਦਿਆਂ ਚਲਦਿਆਂ ਇੱਕ ਸੀਲਾਗੜ੍ਹ ਦਾ ਜਿਹੜਾ ਨਾਮ ਦਾ ਪਹਾੜ ਹੈ ਉਹ ਤੇ ਪਹੁੰਚ ਗਏ ਸਨ। ਮਰਦਾਨੇ ਤਬ ਬੈਨ ਅਲਾਈ, ਇਸ ਪਰਬਤ ਦੀ ਰਚਨਾ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਫਿਰ ਆਪਣੇ ਵੱਲੋਂ ਬੇਨਤੀ ਕਰਨ ਲੱਗ ਪਏ ਗੁਰੂ ਬਾਬਾ ਜੀ ਦੇ ਚਰਨਾਂ 'ਚ। ਇਸ ਪਰਬਤ ਸੁੰਦਰ ਕੇ ਮਾਹੀ, ਸੱਚੇ ਪਾਤਸ਼ਾਹ ਦੇਖ ਲੋ ਹੈ ਕਿਤਨਾ ਸੁੰਦਰ ਪਹਾੜ ਬਣਿਆ ਹੋਇਆ ਜਿਹਦੇ ਚਾਰੇ ਪਾਸੇ ਹਰਿਆਵਲਤਾ ਹੀ ਨਜ਼ਰ ਆ ਰਹੀ ਹੈ। ਰਹਿਤ ਸੰਤ ਕੈਦੋਂ ਕੋ ਨਾਹੀ, ਉਸ ਸਮੇਂ ਪੁੱਛਿਆ ਸੱਚੇ ਪਾਤਸ਼ਾਹ ਵੀ ਇੱਥੇ ਕੋਈ ਸਾਧੂ ਮਹਾਤਮਾ ਰਿਸ਼ੀ ਮੁਨੀ ਵੀ ਰਹਿੰਦਾ ਜਾਂ ਫਿਰ ਐਵੇਂ ਇਹ ਜਿਹੜੀ ਪਰਬਤ ਦੀ ਸੋਹਣੀ ਜਗ੍ਹਾ ਚਾਰੇ ਪਾਸੇ ਉਜਾੜ ਬਿਆਬਾਨ ਪਈ ਹੈ। ਪਸ ਪੰਖੀ ਕੋ ਨਜ਼ਰ ਨਾ ਆਵੇ, ਮਹਾਰਾਜ ਇੱਥੇ ਉੱਚੇ ਉੱਚੇ ਪਹਾੜਾਂ ਤੇ ਨਾ ਕੋਈ ਪਸ਼ੂ ਨਾ ਕੋਈ ਪੰਛੀ, ਰਾਹ ਦੇ ਵਿੱਚ ਮੈਨੂੰ ਕੋਈ ਵੀ ਨਹੀਂ ਦਿਸਿਆ। ਸੁਨੋ ਸਭ ਇਸ ਸਥਾਨ ਦਿਖਾਵੇ, ਇਹ ਜਿਹੜੀ ਜਗ੍ਹਾ ਚਾਰੇ ਪਾਸਿਆਂ ਤੋਂ ਬਿਲਕੁਲ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸੁੰਨ ਸਰੈਂ ਦੇ ਸਮਾਨ ਪਈ ਹੈ, ਨਾ ਕੋਈ ਆਵਾਜ਼ ਤੇ ਨਾ ਕੋਈ ਇੱਥੇ ਰੌਲਾ ਗੋਲੇ ਦੇ ਪੈਣ ਦੀ ਕੰਨਾਂ 'ਚ ਆਵਾਜ਼ ਨਹੀਂ ਆਉਂਦੀ ਹੈ। ਸ੍ਰੀ ਗੁਰ ਕਹੈ ਸ਼ੁਦਾ ਤੁਹਿ ਲਾਗੀ, ਸੁਣ ਕਰਕੇ ਗੁਰੂ ਬਾਬਾ ਜੀ ਕਹਿਣ ਲੱਗੇ ਮਰਦਾਨਿਆ ਇਉਂ ਲੱਗਦਾ ਵੀ ਜੇ ਮੈਂ ਤੈਨੂੰ ਦੁਬਾਰਾ ਪੇੜ ਦੇ ਵਿੱਚ ਨਾ ਇਹ ਬੜੀ ਜ਼ਬਰਦਸਤ ਤਾਂ ਭੁੱਖ ਪੈਦਾ ਹੋ ਗਈ। ਕਿਉਂ ਕਰ ਬੂਝਤ ਹੈ ਵੱਡ ਭਾਗੀ, ਇਸੇ ਕਰਕੇ ਆ ਪਹਾੜ ਤੇ ਆਉਣ ਸਾਰ ਪੁੱਛਣ ਲੱਗੇ ਵੀ ਇੱਥੇ ਕੋਈ ਰਹਿੰਦਾ ਹੈ ਜਾਂ ਫਿਰ ਚਾਰੇ ਪਾਸੇ ਤੇਰਾ ਰੋਈਆਂ ਬਿਆਬਾਨ ਹੀ ਪਏ ਹਨ। ਇਸ ਗਿਰ ਪਰ ਨਰ ਰਹਿਤ ਨਾ ਕੋ, ਸਤਿਗੁਰੂ ਜੀ ਕਹਿ ਲੱਗੇ ਮਰਦਾਨਿਆ ਵੀ ਇਸ ਪਰਬਤ ਦੇ ਉੱਪਰ ਕੋਈ ਵੀ ਜਿਹੜਾ ਪ੍ਰਾਣੀ ਨਹੀਂ ਰਹਿੰਦਾ। ਅਗਲੋ ਥਲ ਅਬਲੋਕਤ ਜੋ, ਆ ਜੋ ਸਾਹਮਣੇ ਤੋਂ ਇੱਕ ਤਰ੍ਹਾਂ ਦੀ ਬੜੀ ਸੋਹਣੀ ਜਗ੍ਹਾ ਦੇਖ ਰਿਹਾ ਹੈ, ਤਿਹ ਪਰ ਰਹਿਤ ਰਖੀਸਵਰ ਪੂਰੰ, ਉਸ ਅਸਥਾਨ ਦੇ ਉੱਪਰ ਪੂਰਨ ਬੜੇ ਰਿਸ਼ੀ ਮੁਨੀ ਮਹਾਤਮਾ ਪਰਮਾਤਮਾ ਦੀ ਭਗਤੀ ਕਰਨ ਵਾਲੇ ਇਸ ਪਰਬਤ ਤੇ ਬਸਦੇ ਹਨ। ਤਰਬਰ ਬਹੁ ਲਾਗੇ ਫਲ ਰੂਰੰ, ਸਤਿਗੁਰੂ ਜੀ ਕਹਿ ਲੱਗੇ ਮਰਦਾਨਿਆ ਵੀ ਇਹਨਾਂ ਦਰਖਤਾਂ ਦੇ ਨਾਲ ਨਾ ਬਹੁਤ ਵੱਡੇ ਵੱਡੇ ਰਸ ਦੇ ਜਿਹੜੇ ਪਰੇ ਉਹ ਫਲ ਵੀ ਲੱਗੇ ਹੋਏ ਨੇ ਟਾਹਣੀਆਂ ਦੇ ਨਾਲ। ਜੇ ਕਰ ਤਬ ਮਨ ਮੈਂ ਹਵੇ ਚਾਹੀ, ਅਗਰ ਤੇਰੇ ਮਨ ਦੇ ਵਿੱਚ ਇੱਛਾ ਹੈ ਕੋਈ ਕੁਦਰਤ ਦੇ ਵਿੱਚ ਤੇਰੇ ਭੁੱਖ ਪੈਦਾ ਹੋ ਗਈ, ਚਲ ਕਰ ਤਹਿ ਫਲ ਲੀਜੈ ਖਾਹੀ, ਫਿਰ ਤੂੰ ਅਗਲੇ ਸਥਾਨ ਦੇ ਉੱਪਰ ਜਾ ਕਰਕੇ ਨਾ ਮਨ ਪਾਉਂਦੇ ਬੜੇ ਮਿੱਠੇ ਮਿੱਠੇ ਰਸ ਦੇ ਨਾਲ ਭਰੇ ਹੋਏ ਫਲ ਖਾ ਸਕਦਾ ਹੈ। ਸ੍ਰੀ ਪ੍ਰਭ ਸੁਨੀਏ ਛੁਦਾ ਨ ਕੋਈ, ਉਸ ਸਮੇਂ
ਭਾਈ ਮਰਦਾਨਾ ਜੀ ਨੇ ਦੋਵੇਂ ਹੱਥ ਜੋੜਦੇ ਹੋਏ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਕਦੇ ਮੈਨੂੰ ਰਾਹ ਦੇ ਵਿੱਚ ਭੁੱਖ ਨੇ ਤੰਗ ਨਹੀਂ ਕੀਤਾ। जब को बर देकर तुम खोई। ਹੁਣ ਜਦੋਂ ਦੇ ਆਪਨੇ ਬਚਨ ਹੀ ਕਰਤੇ ਵੀ ਹੁਣ ਤੋਂ ਬਾਅਦ ਨਾ ਤੈਨੂੰ ਕਦੇ ਭੁੱਖ ਨਾ ਲੱਗੇ ਪਿਆਸ। ਜਦੋਂ ਗੁਰੂ ਬਾਬਾ ਜੀ ਨੇ ਬਚਨ ਕੀਤਾ ਚੱਲ ਵੀ ਤੈਨੂੰ ਹੁਣ ਸਮੇਰ ਪਰਬ ਦੇ ਦਰਸ਼ਨ ਕਰਵਾਉਣੇ ਆ, ਭਾਈ ਮਰਦਾਨਾ ਜੀ ਨੇ ਉਸੇ ਬਾਤ ਦੋਵੇਂ ਹੱਥ ਜੋੜ ਲਏ। ਸੱਚੇ ਪਾਤਸ਼ਾਹ ਉੱਚੇ ਉੱਚੇ ਪਹਾੜਾਂ 'ਤੇ ਤਾਂ ਕੁਝ ਖਾਣ ਪੀਣ ਨੂੰ ਨਹੀਂ ਮਿਲਣਾ, ਜੇ ਲਿਜਾਣਾ ਚਾਹੁੰਦੇ ਹੋ ਪਹਿਲਾਂ ਮੇਰੀ ਭੁੱਖ ਤੇ ਪਿਆਸ ਇਹ ਦੋਵੇਂ ਨਾਸ ਕਰੋ, ਫਿਰ ਮੈਂ ਆਪਦੇ ਨਾਲ ਹੀ ਸਮੇਰ ਪਰਬਤ 'ਤੇ ਵੀ ਚਲਿਆ ਜਾਊਂ, ਨਹੀਂ ਤਾਂ ਰਾਤੇ ਦੇ ਵਿੱਚ ਬੜੀ ਤੰਗੀ ਮੇਰੇ ਸਾਹਮਣੇ ਆਏਗੀ। ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਮਰਦਾਨੇ ਆ, ਜੇ ਤੂੰ ਚਾਹੁੰਦਾ ਹੁਣ ਤੋਂ ਬਾਅਦ ਨਾ ਤੈਨੂੰ ਕਦੇ ਭੁੱਖ ਨਾ ਕਦੇ ਪਿਆਸ ਤੰਗ ਨਹੀਂ ਕਰੇਗੀ। रहो आनंद सदा उर माही। ਸੱਚੇ ਪਾਤਸ਼ਾਹ ਜਦੋਂ ਦੇ ਹੋ ਗਏ ਨਾ ਆਪਦੇ ਵਚਨ ਮੈਨੂੰ, ਬਸ ਉਦੋਂ ਤੋਂ ਮੇਰੇ ਮਨ ਦੇ ਅੰਦਰ ਸਦਾ ਲਈ ਬਸ ਇਹ ਆਨੰਦ ਹੀ ਆਨੰਦ ਭਰਿਆ ਰਹਿੰਦਾ ਹੈ। खावन चाही होत कब नाही। ਕਦੇ ਵੀ ਖਾਣ ਪੀਣ ਦੀ ਤਾਂ ਚਾਹਨਾ ਮਨ ਦੇ ਅੰਦਰ ਪੈਦਾ ਨਹੀਂ ਹੁੰਦੀ ਹੈ। कहत सुनत तिह गिर पर आई। ਇਹ ਆ ਸਤਿਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਬਚਨ ਕਰਦੇ ਆ ਸੁਣਦੇ ਆ ਚੱਲ ਕਰਕੇ ਉਸ ਪਰਬਤ 'ਤੇ ਪਹੁੰਚ ਗਏ ਹਨ। जहाँ बिटप फल सहत सुहाई। ਹੁਣ ਜਿੱਥੇ ਚਾਰੀ ਪਾਸੇ ਸਾਰੇ ਜਿਹੜੇ ਬ੍ਰਿਛ ਫਲਾਂ ਦੇ ਨਾਲ ਲੱਦੇ ਖੜੇ ਹਨ, अनक रंग की सुमन सुहावन। ਜਿੱਥੇ ਹੁਣ ਚਾਰੇ ਪਾਸੇ ਇਹੋ ਜੀਆਂ ਫੁਲਵਾੜੀਆਂ ਜਿਨ੍ਹਾਂ ਦੇ ਵਿੱਚ ਰੰਗ ਬਰੰਗੇ ਖੁਸ਼ਬੂਦਾਰ ਫੁੱਲ ਵੀ ਖਿੜੇ ਹੋਏ ਹਨ। जिन पर भौरी करह परमावन। ਹੁਣ ਉਹਨਾਂ ਖਿੜੇ ਹੋਏ ਫੁੱਲਾਂ ਦੇ ਉੱਪਰ ਖੁਸ਼ਬੂ ਲੈਣ ਦੇ ਲਈ ਭੌਰਿਆਂ ਦੀਆਂ ਡਾਰਾਂ ਘੁੰਮ ਰਹੀਆਂ ਨੇ। ਉਹਨੀਆਂ ਵੱਡੀਆਂ ਵੱਡੀਆਂ ਬਗੀਚਿਆਂ ਦੇ ਵਿੱਚ लता बहुत जिनसों उरजानी। ਹੁਣ ਦਰਖਤਾਂ ਦੇ ਉੱਪਰ ਵੱਡੀਆਂ ਵੱਡੀਆਂ ਜਿਹੜੀਆਂ ਬੇਲਾਂ ਚੜੀਆਂ ਹੋਈਆਂ ਦਿਸ ਰਹੀਆਂ ਹਨ। सुंदर यत छाया सुखदानी। ਹੁਣ ਇਹੋ ਜੀ ਬੜੀ ਸੁੱਖ ਨੂੰ ਦੇਣ ਵਾਲੀ ਉਹਨਾਂ ਦਰਖਤਾਂ ਦੀ ਛਾਂ ਵੀ ਬੜੀ ਸੰਘਣੀ ਬਣੀ ਹੋਈ ਹੈ। अनक बिदन लागे फल सरसं। ਹੁਣ ਜਿਨ੍ਹਾਂ ਬ੍ਰਿਛਾਂ ਦੀਆਂ ਟਾਹਣੀਆਂ ਦੇ ਨਾਲ ਵੱਡੇ ਵੱਡੇ ਰਸ ਦੇ ਨਾਲ ਭਰੇ ਹੋਏ ਫਲ ਲਟਕ ਰਹੇ ਹਨ। शाखा भार भूम सो परसं। ਉਹਨਾਂ ਫਲਾਂ ਦੇ ਪਾਰ ਦੇ ਨਾਲ ਹੀ ਟਾਹਣੀਆਂ ਜਿਹੜੀਆਂ ਨਿਵ ਨਿਵ ਕਰਕੇ ਧਰਤੀ ਦੇ ਨਾਲ ਲੱਗ ਗਈਆਂ। मनहो अस्थित जो आवत पासा। ਇਉਂ ਲੱਗਦਾ ਸੀ ਵੀ ਇਹ ਜਿਹੜੇ ਫਲ ਟਾਹਣੀਆਂ ਦੇ ਨਾਲ ਲੱਗੇ ਉਹ ਪਹਿਲਾਂ ਹੀ ਕੋਈ ਮੁਸਾਫਰ ਕੋਈ ਯਾਤਰੂ ਆ ਗਿਆ ਨਾ ਇਸ ਇਲਾਕੇ 'ਚ ਵੀ ਉਹਨੂੰ ਤੋੜਨ ਦੇ ਲਈ ਐਸੀ ਖੇਚਲ ਨਹੀਂ ਕਰਨੀ ਪੈਗੀ, ਪਹਿਲਾਂ ਹੀ ਫਲਾਂ ਦੇ ਨਾਲ ਲੱਦੀਆਂ ਹੋਈਆਂ ਟਾਹਣੀਆਂ ਉਹ ਝੁਕੀਆਂ ਪਈਆਂ ਹਨ। देने हित झुके फल रासा। ਉਹਨਾਂ ਅਥਿਤੀਆਂ ਔਰ ਅਭਿਗਿਆਤਾਂ ਨੂੰ ਸੋਖਣ ਦੇ ਲਈ ਦੇਣ ਵਾਸਤੇ ਪਹਿਲਾਂ ਹੀ ਟਾਹਣੀਆਂ ਪਾਰ ਦੇ ਨਾਲ ਥੱਲੇ ਝੁਕ ਚੁੱਕੀਆਂ ਹਨ। बिन ही श्रम ले तोर सुखारी। ਹੁਣ ਉੱਥੋਂ ਫਿਰ ਆਉਣ ਜਾਣ ਵਾਲੇ ਯਾਤਰੂ ਮੁਸਾਫਰ ਬਿਨਾਂ ਯਤਨ ਤੋਂ ਬਸ ਤੁਰਦਿਆਂ ਹੀ ਤੋੜ ਕਰਕੇ ਫਲ ਵੀ ਖਾ ਸਕਦੇ ਹਨ। खावह साध शुदा निर्वारी। ਹੁਣ ਫਲਾਂ ਨੂੰ ਖਾ ਕਰਕੇ ਜਿਹੜੇ ਮੁਸਾਫਰ ਯਾਤਰੂ ਆਪਣੀ ਭੁੱਖ ਵੀ ਉਹਨਾਂ ਨੇ ਦੂਰ ਕਰ ਲੈਣੀ ਹੈ। दोहरा उपकारी जो पुरख है सिख्या तिह जन दीत। ਜਿਹੜੇ ਰੱਬ ਦੇ ਪਿਆਰੇ ਪੂਰਨ ਮਹਾਂਪੁਰਖ ਸਦਾ ਦੇ ਲਈ ਵੈਸੇ ਜਿਹੜੇ ਜੇ ਦਾਨ ਦੇ ਭਗਤੀ ਲਾਇਨ ਹਰ ਸਿਉ
ਲੈਣ ਮਿਲਾਏ। ਇਹ ਰੱਬ ਦੇ ਪਿਆਰਿਆਂ ਦਾ, ਮਹਾਂਪੁਰਖਾਂ ਦਾ ਸਾਰਿਆਂ ਨਾਲੋਂ ਵੱਡਾ ਮਾਨ ਪਰਉਪਕਾਰ ਹੈ। ਇਹਨੂੰ ਨਾ ਕੋਈ ਚੱਕਰਵਰਤੀ ਰਾਜਾ ਮਹਾਰਾਜਾ, ਨਾ ਕੋਈ ਆ ਜਿਹੜੇ ਵੱਡੇ ਵੱਡੇ ਅਮੀਰ ਧਨਾੜ, ਉਹ ਵੀ ਨਹੀਂ ਕਰ ਸਕਦੇ। ਉਹ ਤਾਂ ਆਪ ਹੀ ਵਿਚਾਰੇ ਆ ਜਨਮ ਔਰ ਮਰਨ ਦੇ ਚੱਕਰਾਂ ਦੇ ਵਿੱਚ ਪੈ ਕੇ ਫਿਰਤ ਬਹੁਤੇ ਯੁੱਗ ਹਾਰੇ ਹੋ। ਮਾਨਸ ਦੇ ਲਈ ਭਟਕਦਿਆਂ ਨੂੰ ਪਤਾ ਨਹੀਂ ਕਿਤਨੇ ਯੁੱਗ ਬਤੀਤ ਹੋ ਗਏ, ਪਰ ਇਹੋ ਜਿਹਾ ਮਹਾਨ ਪਰਉਪਕਾਰ ਜਿਹੜੇ ਨੇ ਆਰਫ ਲੋਕ ਪ੍ਰਭੂ ਦੇ ਨਾਲ ਮਿਲੇ ਉਹੀ ਕਰ ਸਕਦੇ ਹਨ। ਇਹਨਾਂ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ ਵੀ ਇਹ ਫਲ ਵੀ ਪਰਉਪਕਾਰ ਕਰਨ ਦੇ ਲਈ ਬਿਲਕੁਲ ਝੁਕੇ ਧਰਤੀ ਦੇ ਨਾਲ ਲੱਗੇ ਪਏ ਨੇ। ਕਰ ਉਪਕਾਰ ਸੋ ਨਿਭ ਚਲੋ, ਦੀਨ ਦੁਨੀ ਸੁਖ ਹੀਤ। ਦੇਨ ਦੁਨੀ ਸੁਖ ਹੈ ਵੀ ਜਿਨ੍ਹਾਂ ਪ੍ਰਾਣੀਆਂ ਨੇ, ਜਿਨ੍ਹਾਂ ਜਗਿਆਸੂਆਂ ਨੇ ਨਾ ਐਸੇ ਲੋਕ ਪਰਲੋਕ ਦੇ ਪ੍ਰਾਪਤ ਕਰਨੇ ਨੇ ਸੁੱਖ, ਉਹ ਫਿਰ ਇਹਨਾਂ ਦਰਖਤਾਂ ਦੇ ਸਮਾਨ ਜਿਹੜੇ ਨਿਭ ਕੇ ਨਿਮਰਤਾ ਧਾਰਨ ਕਰਦੇ ਹੋਇਆਂ ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਚੌਪਈ ਸੀਤਲ ਬਿਮਲੰ ਨੌਰਾ ਨੀਰੰ। ਇਸੇ ਤਰ੍ਹਾਂ ਉਸ ਥਾਂ 'ਤੇ ਬੜੇ ਠੰਡੇ ਸੀਤਲ ਜਲ ਦੇ ਵੱਡੇ ਵੱਡੇ ਪ੍ਰਵਾਹ ਵਗ ਰਹੇ ਨੇ। ਪਹਾੜਾਂ ਦੇ ਉੱਪਰ ਕਈ ਥਾਂ ਐਟੋਮੈਟਿਕ ਕੁਦਰਤੀ ਤੌਰ 'ਤੇ ਜਿਵੇਂ ਚਸ਼ਮੇ ਹੁੰਦੇ ਨੇ ਪਰਬਤਾਂ 'ਤੇ, ਉਹਨਾਂ ਦਾ ਜਿਹੜਾ ਪਾਣੀ ਬੜਾ ਸੀਤਲ ਔਰ ਸਾਫ ਸੁਥਰਾ ਹੁੰਦਾ ਹੈ। ਇਸੇ ਤਰ੍ਹਾਂ ਦੇ ਬਹੁਤ ਸਾਰੇ ਠੰਡੇ ਔਰ ਸੀਤਲ ਜਲ ਦੇ ਪ੍ਰਵਾਹ ਥਾਂ ਥਾਂ 'ਤੇ ਵਗ ਰਹੇ ਹਨ। ਮਾਰਗ ਸ਼ਰਮ ਕੀ ਖੋਵਤ ਪੀਰੰ। ਮਾਨੋ ਰਸਤਿਆਂ ਦੇ ਉੱਪਰ ਚੱਲਣ ਵਾਲੇ ਜਿਹੜੇ ਅਥਿਤੀ ਮੁਸਾਫਰ, ਉਹਨਾਂ ਦੀ ਇਹ ਪੀੜਾ, ਉਹਨਾਂ ਦੇ ਦੁੱਖਾਂ ਨੂੰ ਆਪਣੇ ਆਪ ਹੀ ਦੂਰ ਕਰਨ ਵਾਲੇ ਹਨ। ਸਗਨ ਸੁਹਾਵਨ ਛਾਇਆ ਜਿਹਵਾ। ਜਿੱਥੇ ਹੁਣ ਬਿਰਛਾਂ ਦੀ ਬਹੁਤ ਹੀ ਠੰਡੀ ਤੇ ਸੰਘਣੀ ਛਾਂ ਬਣੀ ਹੋਈ ਹੈ, ਵੈਸੇ ਸ਼੍ਰੀ ਨਾਨਕ ਪਿਖ ਤਹਿਵਾ। ਬਹੁਤ ਸੁੰਦਰ ਛਾਂ ਦੇ ਕਰਕੇ ਗੁਰੂ ਬਾਬਾ ਜੀ ਨੇ ਉਹਨਾਂ ਦਰਖਤਾਂ ਦੇ ਥੱਲੇ ਆਪਣੇ ਡੇਰੇ ਲਗਾ ਲਏ। ਬਰ ਫਰ ਮਧੁਰ ਤੋਰ ਮਰਦਾਨੀ। ਉਸ ਸਮੇਂ ਭਾਈ ਮਰਦਾਨੇ ਨੇ ਕੁਝ ਕੁ ਵੱਡੇ ਵੱਡੇ ਰਸ ਦੇ ਨਾਲ ਭਰੇ ਹੋਏ ਜਿਹੜੇ ਫਲ ਤੋੜ ਕੇ ਮਹਾਰਾਜ ਦੇ ਅੱਗੇ ਲਿਆ ਕੇ ਰੱਖ ਦਿੱਤੇ। ਗੁਰ ਅਗਰਜ ਰਾਖੀ ਤਬਿਆਨੀ। 2-4 ਸੋਹਣੇ ਸੋਹਣੇ ਫਲ ਤੋੜ ਕੇ ਮਹਾਰਾਜ ਦੇ ਚਰਨਾਂ 'ਚ ਭਾਈ ਮਰਦਾਨਾ ਜੀ ਨੇ ਸਾਹਮਣੇ ਟਿਕਾ ਦਿੱਤੇ ਹਨ। ਸੁੰਦਰ ਸਰਸ ਦੇਖ ਮਨ ਭਾਈ। ਦੇ ਲਿਆ ਭਾਈ ਮਰਦਾਨੇ ਨੇ ਵੀ ਇਹਨਾਂ ਦੇ ਵਿੱਚ ਬੜੀ ਮਠਿਆਸ, ਬੜਾ ਜਿਹੜਾ ਰਸ ਭਰਿਆ ਹੋਇਆ ਲੱਗਦਾ ਹੈ। ਸ਼੍ਰੀ ਗੁਰ ਕਰ ਮੈਂ ਅਰਧ ਉਠਾਈ। ਉਹਨਾਂ ਦੇ ਵਿੱਚੋਂ ਅੱਧੇ ਕੁ ਫਲ ਗੁਰੂ ਬਾਬਾ ਜੀ ਨੇ ਉਸੇ ਬਾਤ ਆਪਣੇ ਹੱਥਾਂ ਦੇ ਵਿੱਚ ਉਠਾ ਲਏ। ਸੋ ਮੋਕੋ ਦੀਨੇ ਤਿਹ ਕਾਲਾ। ਭਾਈ ਬਾਲਾ ਜੀ ਇਹ ਪਾਵਨ ਇਤਿਹਾਸ ਸੁਣਾਉਂਦਿਆਂ ਹੋਇਆਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਹੱਥ ਜੋੜਦੇ ਨੇ ਵੀ ਅੱਧੇ ਕੁ ਜਿਹੜੇ ਫਲ ਦੀਨ ਦੁਨੀਆ ਦੇ ਮਾਲਕ ਨੇ ਜੋ ਕਰਕੇ ਮੈਨੂੰ ਛਕਣ ਦੇ ਲਈ ਪਕੜਾ ਦਿੱਤੇ। ਰਾਖੀ ਅਰਧੰ ਆਪ ਕਿਰਪਾਲਾ। ਅੱਧੇ ਕੁ ਫਲ ਦਿਆਲੂ ਕਿਰਪਾਲੂ ਮਹਾਰਾਜ ਨੇ ਆਪਣੇ ਪਾਸ ਹੀ ਰੱਖ ਲਏ ਹਨ। ਮਰਦਾਨਾ ਤੋਰੈ ਸੋ ਖਾਵਤ। ਹੁਣ ਭਾਈ ਮਰਦਾਨਾ ਜੀ ਉਹ ਤਾਂ ਚਲੇ ਗਏ ਇਹਨਾਂ ਬਿਰਛਾਂ ਦੇ ਪਾਸ ਹੀ, ਟਾਹਣੀਆਂ ਦੇ ਨਾਲੋਂ ਤੋੜ ਤੋੜ ਕਰਕੇ ਮਨ ਭਾਉਂਦੇ ਫਲ ਖਾਣ ਲੱਗ ਪਏ ਹਨ। ਸਾਧ ਸੁਦਾ ਸਮ ਅਧਿਕ ਅਗਾਵਤ। ਹੁਣ ਜਿਨ੍ਹਾਂ ਦੇ ਵਿੱਚ ਇਉਂ ਲੱਗਦਾ ਸੀ ਵੀ ਜਿਵੇਂ ਪਰਮਾਤਮਾ ਨੇ ਆਪਣਾ ਅੰਮ੍ਰਿਤ ਹੀ ਭਰਿਆ ਹੋਇਆ ਹੈ। ਦੋਹਰਾ ਛੋਰ ਸਕੈ ਨਹਿ ਖਾਈ ਬਹੁ ਕਰ ਲਉ ਉਦਰੰਗ ਪੂਰ। ਭਾਈ ਮਰਦਾਨਾ ਜੀ ਨੇ ਖਾ ਖਾ ਕਰਕੇ ਨਾ ਮਿੱਠੇ ਫਲ ਆਪਣਾ ਜਿਹੜਾ ਪੇਟ
ਗਲ ਤੱਕ ਭਰ ਲਿਆ। ਤੋਰ ਚੀਰ ਮੈਂ ਪਾਏ ਕਛ ਬਾਂਦੇ ਸਵਾਦੰ ਭੋਰ। ਕੁਝ ਕੁ ਫਲ ਭਾਈ ਮਰਦਾਨਾ ਜੀ ਨੇ ਸੋਚਿਆ ਵੀ ਕਿਤੇ ਰਾਹ 'ਚ ਲੋੜ ਪੈ ਗਈ ਫਿਰ ਮੈਂ ਖਾ ਲੂੰ। ਕੁਝ ਕੁ ਜਿਹੜੇ ਮਿੱਠੇ ਮਿੱਠੇ ਫਲ ਤੋੜ ਕੇ ਆਪਣੇ ਬਸਤਰ ਦੇ ਪੱਲੇ ਦੇ ਵਿੱਚ ਬੰਨ ਲਏ ਹਨ। ਚੌਪਈ ਬੈਸਿਓ ਗੁਰ ਸਮੀਪ ਸੋ ਆਨਾ। ਹੁਣ ਭਾਈ ਮਰਦਾਨਾ ਜੀ ਐਨ ਚੰਗੀ ਤਰ੍ਹਾਂ ਮਿੱਠੇ ਮਿੱਠੇ ਫਲਾਂ ਦੇ ਨਾਲ ਰੱਜ ਪੁੱਜ ਕਰਕੇ ਫਿਰ ਮਹਾਰਾਜ ਦੇ ਪਾਸ ਆ ਕੇ ਬਹਿ ਗਏ। ਬਿਗਸਤ ਬੋਲੇ ਮਇਆ ਨਿਧਾਨਾ। ਦਇਆ ਦੇ ਖਜ਼ਾਨੇ ਭਾਈ ਮਰਦਾਨਾ ਜੀ ਨੂੰ ਦੇ ਹੋਇਆਂ ਉਸ ਸਮੇਂ ਬੜੇ ਐਸੇ ਜਿਹੜੇ ਹਾਸ ਰਸ ਵਾਲੇ ਬਚਨ ਕੀਤੇ ਰਸਨਾ ਤੋਂ। ਜੇ ਨਾ ਅਕਾਇਓ ਔਰ ਹੈ ਲੀਜੈ। ਐ ਭਾਈ ਮਰਦਾਨਿਆ ਜੀ ਅਜੇ ਵੀ ਕੋਈ ਥੋੜੀ ਬਹੁਤੀ ਭੁੱਖ ਰਹੀ ਨਾ ਤੇਰੇ ਪੇਟ 'ਚ ਹੋਰ ਵੀ ਉੱਥੇ ਜਾ ਕਰਕੇ ਤੂੰ ਖੁੱਲੇ ਡੋਲੇ ਫਲ ਖਾ ਸਕਦਾ ਹੈ। ਮਨ ਭਾਵਨ ਸੋ ਖਾਵਨ ਕੀਜੈ। ਹੁਣ ਤੈਨੂੰ ਐਨ ਖੁੱਲੀ ਛੁੱਟੀ ਹੈ। ਇੱਥੇ ਨਾ ਕੋਈ ਕਿਸੇ ਨੇ ਰੋਕਣਾ ਹੈ, ਨਾ ਟੋਕਣਾ ਹੈ, ਨਾ ਕਿਸੇ ਨੇ ਕੋਈ ਮੁੱਲ ਵੀ ਨਹੀਂ ਮੰਗਣਾ ਵੀ ਇੰਨੇ ਪੈਸੇ ਬਣ ਗਏ ਤੇਰੇ ਇਹਨਾਂ ਫਲਾਂ ਦੇ। ਜਿਤਨੇ ਹੀ ਤੇਰੇ ਮਨ ਦੀ ਚਾਹਨ ਹੈ ਉਤਨੇ ਤੂੰ ਆਪ ਹੀ ਬਸ ਤੋੜ ਤੋੜ ਕਰਕੇ ਖਾ ਸਕਦਾ ਹੈ। ਸ਼੍ਰੀ ਪ੍ਰਭ ਮੈਂ ਬਹੁ ਰਹਿਓ ਅਗਾਈ। ਭਾਈ ਮਰਦਾਨਾ ਜੀ ਕਹਿਣ ਲੱਗਿਆ ਸੱਚੇ ਪਾਤਸ਼ਾਹ ਆਪਦੀ ਕਿਰਪਾ ਹੋ ਗਈ। ਬਸ ਮੈਂ ਤਾਂ ਆਪਣਾ ਜਿਹੜਾ ਪੇਟ ਖਾ ਖਾ ਕੇ ਮਿੱਠੇ ਫਲ ਗਲ ਤੱਕ ਭਰ ਲਿਆ। ਖਾਵਨ ਤ੍ਰਿਸ਼ਨਾ ਸਕਲ ਮਿਟਾਈ। ਹੁਣ ਇਹ ਜਿਹੜੀ ਖਾਣ ਦੀ ਤ੍ਰਿਸ਼ਨਾ ਮੇਰੇ ਅੰਦਰੋਂ ਨਾਸ ਹੋ ਗਈ। ਜੇ ਅਬ ਰਾਵਰ ਕੀ ਰੁਚ ਦੇਵਨ। ਅਗਰ ਸੱਚੇ ਪਾਤਸ਼ਾਹ ਜੇ ਆਪਦੀ ਮੌਜ ਵੀ ਹੈ ਇੱਕ ਦੋ ਫਲ ਮੈਨੂੰ ਆਪ ਖੁਸ਼ ਹੋ ਕੇ ਬਖਸ਼ਣਾ ਚਾਹੁੰਦੇ ਹੋ। ਇੱਕ ਦੋਏ ਦੇਹੋ ਖਾਓ ਕਰ ਲੇਵਨ। ਕਹਿ ਲੱਗਿਆ ਮਹਾਰਾਜ ਵੀ ਜੇ ਆਪ ਪ੍ਰਸੰਨ ਹੋ ਜੇ ਬਖਸ਼ਦੇ ਇੱਕ ਦੋ ਕੋ ਮੈਂ ਹੋਰ ਵੀ ਆਪਣੇ ਪੈੜ ਦੇ ਵਿੱਚ ਫਲ ਪਾ ਲੈਣੇ ਹਨ। ਨਿਜ ਕਰ ਸੋ ਗੁਰ ਫਰ ਜੁਗ ਦੀਨੇ। ਉਸੇ ਵਕਤ ਗੁਰੂ ਬਾਬਾ ਜੀ ਨੇ ਦੋ ਕੁ ਵੱਡੇ ਵੱਡੇ ਫਲ ਆਪਣੇ ਹੱਥਾਂ ਦੇ ਨਾਲ ਭਾਈ ਮਰਦਾਨਾ ਜੀ ਨੂੰ ਪਕੜਾਤੇ। ਲੇਕਰ ਤਬ ਹੀ ਖਾਵਨ ਕੀਨੇ। ਉਸੇ ਵਕਤ ਹੁਣ ਰਾਸੀ ਇਤਨਾ ਭਰਿਆ ਹੋਇਆ ਨਾ ਉਹਨਾਂ ਫਲਾਂ ਦੇ ਵਿੱਚ ਲੈ ਕਰਕੇ ਫਲੋ ਵੀ ਭਾਈ ਮਰਦਾਨਾ ਜੀ ਨੇ ਮਹਾਰਾਜ ਦੇ ਸਾਹਮਣੇ ਬੈਠਿਆਂ ਆਪਣੇ ਅੰਦਰ ਲੰਘਾ ਲਏ ਹਨ। ਖਾਣੇ ਕੀ ਰੁਚ ਉਦਰ ਅਗਾਇਓ। ਹੁਣ ਜਿਹੜੀ ਫਲ ਖਾਣ ਦੀ ਇੱਛਾ ਉਹ ਭਾਈ ਮਰਦਾਨਾ ਜੀ ਦੀ ਹੁਣ ਖਤਮ ਹੋ ਗਈ ਹੈ। ਤੇਛਨ ਬਹਰੋ ਬੈਨ ਅਲਾਇਓ। ਹੁਣ ਪਾਸ ਬਹਿ ਕਰਕੇ ਫਿਰ ਭਾਈ ਮਰਦਾਨਾ ਜੀ ਆਪਣੇ ਵੱਲੋਂ ਬੇਨਤੀ ਕਰਨ ਲੱਗੇ ਜਿਵੇਂ ਸੁਭਾਅ ਪੱਕਿਆ ਹੋਇਆ ਵੀ ਜਦੋਂ ਬਹਿ ਜਾਣਾ ਭਾਈ ਮਰਦਾਨਾ ਕੋਈ ਨਾ ਕੋਈ ਬਚਨ ਬਸ ਗੁਰੂ ਬਾਬਾ ਜੀ ਦੇ ਨਾਲ ਛੇੜੀ ਰੱਖਦੇ ਸਨ। ਦੋਹਰਾ ਸਾਧ ਸੁਦਾ ਸਮ ਫਲ ਮਧੁਰ ਇਹਾਂ ਕੌਣ ਇਨ ਖਾਈ। ਸੱਚੇ ਪਾਤਸ਼ਾਹ ਬਿਨਾਂ ਫਲਾਂ ਦੇ ਵਿੱਚ ਜਿਹੜਾ ਰਸ ਇਹ ਤਾਂ ਅੰਮ੍ਰਿਤ ਦੇ ਸਮਾਨ ਭਰਿਆ ਹੋਇਆ ਪਰ ਇਹਨਾਂ ਨੂੰ ਖਾਣ ਪੀਣ ਵਾਲੇ ਤੇ ਕੋਈ ਦੀਦਾ ਨਹੀਂ। ਵੱਡੇ ਵੱਡੇ ਪਹਾੜਾਂ ਤੇ ਕਿਦੋਂ ਬਾਦ ਇਹ ਜਾਵਈ ਮਾਨਵ ਕੋ ਨਾ ਦਿਸਾਈ। ਜਾਂ ਫਿਰ ਸਾਰੇ ਜਿਹੜੇ ਪੱਕੇ ਹੋਏ ਫਲ ਧਰਤੀ ਦੇ ਉੱਪਰ ਦੇ ਕਰਕੇ ਸਾਰੇ ਐਵੇਂ ਬਰਬਾਦ ਹੋ ਜਾਂਦੇ ਨੇ ਨਾ। ਕੋਈ ਇੱਥੇ ਮਨੁੱਖ ਪਸ਼ੂ ਪੰਛੀ ਇਹਨਾਂ ਨੂੰ ਖਾਣ ਵਾਲਾ ਰਾਹ ਦੇ ਵਿੱਚ ਮੈਂ ਨਹੀਂ ਦੇਖੇ ਹੈ। ਚੌਪਈ ਗੁਰ ਕਹਿ ਜੀਨ ਹੈ ਖਾਵਨ ਵਾਰੋ। ਆ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਮਰਦਾਨਿਆ ਵੀ ਜਿਸ ਜਗ੍ਹਾ ਜਿਸ ਸਥਾਨ ਦੇ ਉੱਪਰ ਕੋਈ ਫਲਾਂ ਨੂੰ ਖਾਣ ਵਾਲਾ ਮਨੁੱਖ ਪ੍ਰਾਣੀ ਨਹੀਂ ਹੁੰਦਾ ਹੈ ਕਿਉਂ ਉਪਜਤ ਇਹ ਹਿਰਦੇ ਵਿਚਾਰੋ। ਪਹਿਲਾਂ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖ ਲੈ ਫਿਰ ਇੱਥੇ ਪਰਮਾਤਮਾ ਨੂੰ ਇਤਨੇ ਵੱਡੇ ਵੱਡੇ ਫਲਾਂ ਦੇ ਨਾਲ ਲੱਦਿਆ ਹੋਇਆ ਦਰਖਤ ਕਾਹਨੂੰ ਐਵੇਂ ਇਹ
ਪੈਦਾ ਕਰਨੇ ਸਨ। ਨਿਰੰਕਾਰ ਕੀ ਸੰਤ ਜੇ ਈਠੇ ਪਰ ਜਿਹੜੇ ਉਸ ਨਿਰਾਕਾਰ ਵਾਹਿਗੁਰੂ ਦੇ ਸੰਤ ਮਹਾਤਮਾ ਔਰ ਸਤਿਪੁਰਸ਼ ਜੋ ਉਹਨੂੰ ਮਨ ਦੇ ਵਿੱਚ ਬੜੇ ਪਿਆਰੇ ਲੱਗਣ ਵਾਲੇ ਹਨ, ਤਿਨ ਕੀ ਹੀਤ ਕਰੇ ਫਲ ਮੀਠੇ। ਗੁਰੂ ਬਾਬਾ ਜੀ ਕਹਿ ਲੱਗੇ ਮਰਦਾਨਿਆ, ਇਹ ਜਿਹੜੇ ਫਲ ਦੇ ਦੇ ਨਾ ਤੂੰ ਦਰਖਤਾਂ ਦੇ ਨਾਲ ਲੱਦੇ ਹੋਏ, ਇਹ ਉਹਨਾਂ ਦੇ ਲਈ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਹੋਏ ਹਨ। ਹੁਣ ਜਿਵੇਂ ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਜੀ ਦੇ ਬਚਨਾਂ ਦਾ ਜਵਾਬ ਦੇਣਾ ਹੈ, ਉਸ ਪਰਸਨ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖਾ ਤਾਈਨੇ ਹਾਲ ਕਰ ਰਹੇ ਨੇ। ਨਿਰੰਕਾਰ ਕੀ ਸੰਤ ਜੇ ਈਠੇ ਤਿਨ ਕੇ ਹੀਤ ਕਰੇ ਫਲ ਮੀਠੇ। ਨਿਰੰਕਾਰ ਕੀ ਸੰਤ ਜੇ ਈਠੇ ਤਿਨ ਕੇ ਹੀਤ ਕਰੇ ਫਲ ਮੀਠੇ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ ਏ ਪੂਰਨ ਸਰਬ ਮੈਂ ਦੁਖ ਪੰਜ